ਵਾਹਿਗੁਰੂ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸਜਣ ਸੁਹੇਲੇ। ਰਾਖੋ ਰਾਖਣ ਹਾਰ ਦਿਆਲਾ, ਨਾਨਕ ਘਰ ਕੇ ਗੋਲੇ। ਰਾਖੋ ਰਾਖਣ ਹਾਰ ਦਿਆਲਾ, ਨਾਨਕ ਘਰ ਕੇ ਗੋਲੇ। ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸਰਬ ਕਲਾ ਭਰਪੂਰ। ਸਾਂਝੀ ਵਾਰਤਾ ਦੀ ਪ੍ਰਤੀਕ, ਮਨੁੱਖਤਾ ਦੇ ਰਹਿਬਰ, ਦੀਨ ਦੁਨੀ ਦੇ ਪਾਤਸ਼ਾਹ, ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਆਂ ਲਵਾ ਕੇ ਪਰਮ ਸਨਮਾਨਯੋਗ ਗੁਰੂ ਪਿਆਰੇ, ਗੁਰੂ ਸਵਾਰੀ, ਗੁਰੂ ਸਾਜੀ ਸਾਧ ਸੰਗਤ ਜੀਓ, ਆਪ ਜੀ ਨੇ ਬੜੇ ਪਿਆਰ ਦੇ ਨਾਲ ਰਹਿਰਾਸ ਸਾਹਿਬ ਦੀ ਰੱਬੀ ਬਾਣੀ ਦੇ ਪਾਠ ਸ਼ਰਵਣ ਕੀਤੇ ਹਨ। ਆਓ ਸਮਾਂ ਹੈ ਗੁਰਮਤਿ ਵਿਚਾਰਾਂ ਦਾ। ਆਪਣੇ ਮਨ ਦੀਆਂ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰ ਪਾਤਸ਼ਾਹ ਜੀ ਦੀ ਪਾਵਨ ਗੁਰਮਤਿ ਵਿਚਾਰ ਨਾਲ ਆਪਾਂ ਜੁੜਨਾ ਕਰੀਏ। ਵਿਚਾਰਾਂ ਆਰੰਭ ਕਰਨ ਤੋਂ ਪਹਿਲਾਂ ਆਪ ਸਰਬੱਤ ਮਾਈ ਭਾਈ ਆਪਣੀ ਰਸਨਾ ਨੂੰ ਪਵਿੱਤਰ ਕਰੋ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਰੱਬੀ ਬਾਣੀ ਅੰਦਰ ਕਿਰਪਾ ਕਰਕੇ ਮਨੁੱਖ ਦੀ ਜ਼ਿੰਦਗੀ ਦੇ ਤਿੰਨ ਪੜਾਅ ਜਿਹੜੇ ਨੇ ਉਹ ਦੱਸਦੇ ਨੇ, ਤਿੰਨ ਅਵਸਥਾਵਾਂ ਦਾ ਜ਼ਿਕਰ ਕਰਦੇ ਨੇ। ਬਾਲ, ਜਵਾਨੀ ਔਰ ਬਿਰਧ ਪੁੰਨ, तीन अवस्था जान। कहो नानक हर भजन बिन बिरथा सब हीना। बचपन, जवानी अते बुढ़ेपा, ये जिंदगी दियां तीन अवस्थावां ने। बचपन का आपां जिक्र पहला कर चुके हैं। अज आपां विचार करनी है जवानी पहले की। सतगुरु धन गुरु गुरु नानक देव महाराज पातशाह जी ने जवानी पहले नूं जिंदगी के तीसरे पहर नाल तरजीह दी। महाराज जी कह लगे ये जिंदगी का तीसरा पहर है। पहला पहर गुरुदेव कृपा करते हैं कि जदों मनुख दा वास गर्भ दे विच है। पहले पैरे रहन कै वणजारिया मित्रा, हुक्म भया गरबास, उर्द तप अंतर। परमात्मा दे गर्भ दे विच उठा लटकिया होया, उर्द तप अंतर करे वणजारिया मित्रा, खसम छेती अरदास। उत्थे पुठा लटकिया होया परमात्मा दे चरनां दे विच अरदास पिया करदा है
ਉੱਥੇ ਇਹਦੇ ਵਿੱਚ ਇੰਨੀ ਸਮਰੱਥਾ ਤਾਕਤ ਨਹੀਂ, ਨਾ ਇਹ ਆਪਣੀ ਮਰਜ਼ੀ ਨਾਲ ਹੱਥ ਹਿਲਾ ਸਕਦਾ ਹੈ, ਨਾ ਇਹ ਖਾ ਸਕਦਾ ਹੈ, ਨਾ ਬੋਲ ਸਕਦਾ ਹੈ, ਕੋਈ ਹਰਕਤ ਨਹੀਂ ਹੈ। ਪਰਮਾਤਮਾ ਵੱਲੋਂ ਕੁਦਰਤੀ ਹੋ ਰਿਹਾ, ਭੋਜਨ ਵੀ ਮਿਲ ਰਿਹਾ ਹੈ, ਸਵਾਸ ਵੀ ਚੱਲ ਰਹੇ ਨੇ, ਸਾਰਾ ਕੁਝ ਸਹਿਜ ਸੁਭਾਈ ਹੋ ਰਿਹਾ ਹੈ। ਦੂਸਰੀ ਗੱਲ ਜਿਹੜੀ ਗੁਰੂ ਨਾਨਕ ਸਾਹਿਬ ਨੇ ਸਮਝਾਈ ਕਿ ਜਦੋਂ ਮਨੁੱਖ ਸੰਸਾਰ ਦੇ ਵਿੱਚ ਆਇਆ, ਦੂਜੇ ਪੈਰੇ ਰਹਿਣ ਕੈ ਵਣਜਾਰਿਆ ਮਿੱਤਰਾ ਵਿਸਰ ਗਿਆ ਧਿਆਨ। ਜਦੋਂ ਸੰਸਾਰ ਦੇ ਵਿੱਚ ਆਇਆ, ਅਕਾਲ ਪੁਰਖ ਪਰਮਾਤਮਾ ਤੋਂ ਧਿਆਨ ਵਿਸਰ ਗਿਆ। ਤੇ ਤੀਸਰੀ ਗੱਲ ਗੁਰੂ ਨਾਨਕ ਸਾਹਿਬ ਜੀ ਨੇ ਕੀਤੀ ਹੈ, ਤੀਜੇ ਪੈਰੇ ਰਹਿਣ ਕੈ ਵਣਜਾਰਿਆ ਮਿੱਤਰਾ ਧਨ ਜੋਬਨ ਸੁਚਿਤ। ਹਰ ਕਾ ਨਾਮ ਨਾ ਚੇਤੇ ਵਣਜਾਰਿਆ ਮਿੱਤਰਾ ਬੱਧਾ ਛੁਟੈ ਜਿਤ। ਹਰ ਕਾ ਨਾਮ ਨਾ ਚੇਤੇ ਪ੍ਰਾਣੀ ਵਿਕਲ ਭਇਆ ਸੰਗ ਮਾਇਆ। ਮਨੁੱਖ ਮਾਇਕ ਪਦਾਰਥਾਂ ਵੱਲ ਵਿਆਕੁਲ ਹੋ ਗਿਆ। ਸਭ ਤੋਂ ਪਹਿਲਾਂ ਜਦੋਂ ਮਨੁੱਖ ਇਸ ਦੁਨੀਆ ਦੇ ਵਿੱਚ ਆਇਆ ਤੇ ਉਹਦਾ ਧਿਆਨ ਬਾਹਰ ਮੁਖੀ ਹੋਇਆ। ਸਤਿਗੁਰ ਪਾਤਸ਼ਾਹ ਜੀ ਰੱਬੀ ਬਾਣੀ ਵਿੱਚ ਆਖਦੇ ਨੇ ਕਿ ਸਭ ਤੋਂ ਪਹਿਲਾਂ ਮਨੁੱਖ ਦੀ ਜਿਹੜੀ ਜ਼ੁਬਾਨ ਹੈ, ਇਹ ਰਸਨਾ, ਇਹ ਬਾਹਰ ਮੁਖੀ ਹੁੰਦੀ ਹੈ। ਕਿਉਂਕਿ ਜਦੋਂ ਬੱਚੇ ਨੂੰ ਭੁੱਖ ਲੱਗਦੀ ਹੈ ਤਾਂ ਉਦੋਂ ਮਨੁੱਖ ਸਭ ਤੋਂ ਪਹਿਲਾਂ ਮਾਂ ਦੇ ਦੁੱਧ ਨਾਲ ਸਾਂਝ ਪਾਉਂਦਾ ਹੈ। ਬੜੀ ਕਿਰਪਾ ਕੀਤੀ ਗੁਰਦੇਵ ਆਖਦੇ ਨੇ, ਪਹਿਲੇ ਪਿਆਰ ਲੱਗਾ ਥਣ ਦੁੱਧ। ਸਭ ਤੋਂ ਪਹਿਲਾਂ ਬੱਚੇ ਦੀ ਜਿਹੜੀ ਸਾਂਝ ਹੈ ਮਾਂ ਦੇ ਦੁੱਧ ਨਾਲ ਪੈਂਦੀ ਹੈ। ਥੋੜਾ ਜਿਹਾ ਹੋਰ ਵੱਡਾ ਹੋਇਆ, ਮਾਂ ਨੇ ਜਿੱਥੇ ਦੁੱਧ ਪਿਆਇਆ, ਸਿਰ ਤੇ ਹੱਥ ਫੇਰਿਆ, ਉੱਥੇ ਇਹਨੂੰ ਹੋਰ ਸਮਝ ਪ੍ਰਾਪਤ ਹੋਈ, ਮਾਂ ਦੀ ਪਹਿਚਾਨ ਹੋਈ। ਮਾਂ ਨੇ ਫਿਰ ਬਾਪ ਦੀ ਪਹਿਚਾਨ ਕਰਵਾ ਦਿੱਤੀ, ਧਿਆਨ ਹੋਰ ਬਾਹਰ ਮੁਖੀ ਹੋ ਗਿਆ। ਪਹਿਲੇ ਪਿਆਰ ਲਗਾ ਥਣ ਦੁੱਧ, ਦੂਜੇ ਮਾਈ ਬਾਪ ਕੀ ਸੁਧ। ਫਿਰ ਮਾਂ ਤੇ ਬਾਪ ਦੀ ਸੋਝੀ ਪ੍ਰਾਪਤ ਹੋ ਗਈ। ਤੀਜਾ ਭਈਆ ਭਾਬੀ ਬੇਬ। ਥੋੜਾ ਹੋਰ ਵੱਡਾ ਹੋਇਆ, ਭੈਣ ਭਰਾ ਭਰਜਾਈ ਆਦਿਕ। ਇਹਨਾਂ ਦੀ ਸਮਝ ਜੀਵਨ ਦੇ ਵਿੱਚ ਆਉਣ ਲੱਗ ਗਈ, ਇਹਨਾਂ ਦੀ ਪਹਿਚਾਣ ਹੋਣ ਲੱਗ ਗਈ। ਧਿਆਨ ਥੋੜਾ ਹੋਰ ਬਾਹਰ ਮੁਖੀ ਹੋਇਆ। ਗੁਰਦੇਵ ਕਿਰਪਾ ਕਰਦੇ ਨੇ, ਚੌਥੇ ਪਿਆਰ ਪੰਨੀ ਖੇਡ। ਫਿਰ ਹੁਣ ਥੋੜਾ ਵੱਡਾ ਹੋਇਆ ਤੇ ਖਿਡੌਣਿਆਂ ਦਾ ਜਿਹੜਾ ਹੈ ਚਾਅ ਜੀਵ ਦੇ ਵਿੱਚ ਪੈਦਾ ਹੋਇਆ ਤੇ ਇਹ ਉਹਨਾਂ ਖਿਡੌਣਿਆਂ ਦੇ ਨਾਲ ਖੇਡਦਾ ਹੈ। ਨਵੇਂ ਨਵੇਂ ਖਿਡੌਣਿਆਂ ਦਾ ਚਾਅ ਬੱਚੇ ਨੂੰ ਜਿਹੜਾ ਆਉਂਦਾ ਹੈ, ਨਿਤ ਨਵੇਂ ਖਿਡੌਣੇ ਕੋ ਲੈਂਦਾ ਹੈ, ਉਹਨਾਂ ਨਾਲ ਖੇਡਦਾ ਹੈ। ਹਾਲਾਂਕਿ ਮਨੁੱਖ ਭਾਵੇਂ ਵੱਡਾ ਹੋ ਜਾਵੇ, ਬਸ ਖਿਡੌਣੇ ਹੀ ਬਦਲਦੇ ਨੇ। ਬਚਪਨ ਦੇ ਵਿੱਚ ਉਹ ਪਲਾਸਟਿਕ ਦੇ ਖਿਡੌਣਿਆਂ ਨਾਲ ਖੇਡਦਾ ਹੈ, ਵੱਡਾ ਹੋ ਕੇ ਫਿਰ ਉਹ ਜਿਹੜੇ ਨੇ ਆਮ ਤੌਰ ਤੇ ਕਾਰਾਂ ਤੇ ਗੱਡੀਆਂ, ਘਰ ਪਰਿਵਾਰ, ਇਹ ਸਭ ਖਿਡੌਣੇ। ਬੜੀ ਕਿਰਪਾ ਕੀਤੀ ਗੁਰਦੇਵ ਕਹਿੰਦੇ ਫਿਰ ਮਨੁੱਖ ਦਾ ਧਿਆਨ ਖਿਡੌਣਿਆਂ ਵਾਲੇ ਪਾਸੇ ਹੋ ਜਾਂਦਾ ਹੈ। ਥੋੜਾ ਹੋਰ ਵੱਡਾ ਹੋਇਆ ਤਾਂ ਇਹਨੂੰ ਖਾਣ ਤੇ ਪੀਣ ਦਾ ਜਿਹੜਾ ਹੈ ਨਿਤ ਹੀ ਇੱਕ ਨਵਾਂ ਭੋਜਨ ਇਹਨੂੰ ਚਾਹੀਦਾ ਹੈ। ਚੌਥੇ ਪਿਆਰ ਉਪਰਨੀ ਖੇਡ। ਪੰਜਵੇਂ ਖਾਣ ਪੀਣ ਕੀ ਧਾਤ। ਫਿਰ ਨਿਤ ਨਵੇਂ ਪਦਾਰਥ ਇਹਨੂੰ ਖਾਣ ਦਾ ਰਸ ਜਿਹੜਾ ਹੈ ਉਹ ਪੈ ਜਾਂਦਾ ਹੈ। ਹੋਰ ਧਿਆਨ ਬਾਹਰ ਮੁਖੀ ਹੁੰਦਾ ਹੈ। ਤੇ ਗੁਰਦੇਵ ਕਹਿੰਦੇ ਛੇਵੇਂ ਕਾਮ ਨਾ ਪੁੱਛੇ ਜਾਤ। ਫਿਰ ਹੋਰ ਥੋੜਾ ਵੱਡਾ ਹੋਇਆ, ਧਿਆਨ ਹੋਰ ਬਾਹਰ ਮੁਖੀ ਹੋਇਆ। ਚੰਗੇ ਮਿੱਤਰ ਬਣ ਗਏ, ਸੱਜਣ ਬਣ ਗਏ, ਉਹਨਾਂ ਮਿੱਤਰਾਂ ਦੀ ਸੰਗਤ ਵਿੱਚ ਰਹਿਣ ਲੱਗ ਗਿਆ। ਜਿਵੇਂ ਜਿਵੇਂ ਉਹਨਾਂ ਦੀ ਸੰਗਤ ਵਿੱਚ ਰਹਿੰਦਾ ਹੈ, ਹੁਣ ਭਾਵੇਂ ਅੱਧੀ ਰਾਤ ਨੂੰ ਵੀ ਵਾਪਸ ਘਰ ਵਿੱਚ ਮੁੜਦਾ ਹੈ। ਮਾਂ ਉਡੀਕਦੀ ਹੈ, ਬਾਪ ਉਡੀਕਦੇ ਨੇ, ਪਰ ਹੁਣ ਮਿੱਤਰਾਂ ਦੇ ਨਾਲ ਸਾਂਝ ਪੈ ਗਈ। ਹੁਣ ਉਹ ਮਿੱਤਰ ਕਿਹੋ ਜਿਹੇ, ਉਹ ਸੱਜਣ ਕਿਹੋ ਜਿਹੇ, ਉਹ ਸੁਸਾਇਟੀ ਕਿਹੋ ਜਿਹੀ ਜਿਨ੍ਹਾਂ ਵਿੱਚ ਇਹ ਨਿਤ ਜਾਂਦਾ ਹੈ। ਅਗਰ ਉਹ ਸੱਜਣ ਚੰਗੇ, ਸਮਝਦਾਰ, ਚੰਗੀ ਸੋਭਤ, ਚੰਗੀ ਸੰਗਤ ਵਾਲੇ ਨੇ, ਤਾਂ ਉਹ ਮਨੁੱਖ ਜਿਹੜਾ ਹੈ ਚੰਗੀ ਸੰਗਤ ਕਰਦਾ ਹੋਇਆ, ਚੰਗੇ ਗੁਣਾਂ ਨੂੰ ਧਾਰਨ ਕਰਦਾ ਹੋਇਆ ਮਨੁੱਖ ਇੱਕ ਚੰਗੇ ਮੁਕਾਮ ਤੇ ਪਹੁੰਚ ਸਕਦਾ ਹੈ, ਚੰਗੀ ਸੋਚ ਤੇ ਚੰਗੀ ਵਿਚਾਰਧਾਰਾ ਦਾ ਮਾਲਕ ਬਣ ਸਕਦਾ ਹੈ। ਤੇ ਜੇ ਕੋਈ ਸੰਗਤ
कोई मित्र माड़े मिल जान ते कुसंगत विच बैठा होया, जिथे महाराज कृपा करते ने, धन जोबन सुचित, धन अते जोबन एक नशे का काम करते हैं, ते मनुख उस नशे विच गलतान होया अपने जीवन के कीमती पलों नूं गवा लैंदा है। गुरुदेव बड़ी कृपा करते हैं कि हे भाई, जिंदगी का जिथे तीजा पैर आरंभ हो गया, धन अते जोबन दो ऐसियां दातां तेरे कोल ने, जे ते मनुख इन्हां नूं होश दे विच संभाल के चलेगा तां ये बड़े काम दे ने। पर अक्सर मनुख जवानी दे विच ताकत का नशा, दूसरा धन का नशा, ये दोवें ही नशे मनुख नूं विकारी दुनिया लैके जाते हैं। इस मुकाम ते पहुँच के मनुख या तो पराए तन या पराए धन का मुताज हो जाता है। तो गुरुदेव सुचेत करते हैं कि इस समय जोश विच नहीं बल्कि होश विच आके अपने इस कीमती जिंदगी के पल नूं बतीत कर। जेड़ा मनुख होश विच आके ते धन अते जोबन विच रुड़दा चला जाता है, इंज कह लिए जिंदगी दे विच जोबन उस हड़ वर्गा है जेड़ा अपने आपे तो बाहर होया, फिर किसी नगर, किसी पिंड, किसी घर, किसी दरख्त नूं को बख्शदा नहीं। जदों वो हड़ आउंदा है पानी का, फिर सब कुछ रुड़ के लै जाता है। जवानी अते धन का ऐसा मेल है कि जदों जिंदगी विच ये हड़ लैके आउंदे ने, ना फिर मां, ना बाप, ना भैन, ना भरा, ना मित्र, ना सज्जन, किसी की सोझी मनुख नूं नहीं रहिंदी, बल्कि इस दे नशे विच रुड़दा होया जिंदगी नूं अपने मुकाम ते लिजाउण दी बजाए विकारां दी दलदल विच रोड़ दिंदा है। धन गुरु नानक देव महाराज पातशाह जी ने बड़ी कृपा की। कह लगे, याद रखी, तू परमात्मा दे नाम नूं याद नहीं करदा, हर का नाम ने चेते ही वणजारिया मित्रा बद्दा छुटै। जिस परमात्मा का नाम जपिया, तू इस धन दे अते इस जोबन दे बंधन विचों तेरी खलासी होनी सी ना, वो परमात्मा का तू नाम नहीं जपदा। बल्कि गुरुदेव आखते ने, हर का नाम चेते चेता प्राणी विकल पिया संग माया। होर तू माया वाल व्याकुल होके इधर दौड़ रहे हैं, इधर भज रहे हैं, ते हो की रहा। साहब आखते ने, तू केवल धन दे नशे विच लीन होया। धन का नशा, दूजा जोबन दे विच लीन होया, जिंदगी नूं अजाई गवा रहा है। ते तू धर्म सेती व्यापार ना कीतो, कर्म ना कीतो मित, तू कोई चंगे परमात्मा दे नाम का व्यापार नहीं करता, कोई चंगे कर्म नहीं करता, ते तेरी जिंदगी इसी तरह बतीत हो रही है। समा जिंदगी का कीमती लंघदा जा रहा है, ते तू अपनी जिंदगी नूं अजाई व्यर्थ गवा रहे। अक्सर मनुख जवानी पहरे के अंदर ही कुछ ना कुछ कमाई कर सकता है। बचपन जिंदगी का सवेर है, जवानी शिखर दोपहर, ते बुढ़ापा गुरुदेव आखते ने ये शाम है। बचपन अज्ञानता दे वस बतीत हो जाता है। 12 बरस बालपन बीते, 20 बरस कछ तप न कियो, 30 बरस कछ देव न पूजा, मेरी मेरी करते जन्म दियो। बचपन दे विच 12 साल बतीत हो गए, फिर उस बाद 20 साल होर लंघ गए, 30 साल कोई परमात्मा के ज्ञान की गल ना की, बस केवल मैं मेरी विच ही जिंदगी का समा लंघ गया। गुरुदेव कहते यौवन असल दे विच एक शिखर दोपहर है। बाबा फरीद जी ने बड़ी कृपा की। वो आखते ने जदों परमात्मा दे नाम की कमाई करन दा समा सी, तो उदों दुनिया दे
ਸੰਸਾਰ ਦੇ ਕੇਵਲ ਮੋਹ ਮਮਤਾ ਤੇ ਪਦਾਰਥਾਂ ਦੇ ਵਿੱਚ ਲੀਨ ਹੋਇਆ ਪਿਆ ਸੀ। ਫਰੀਦਾ ਜਾਂ ਤੂੰ ਖੱਟਣ ਵੇਲ ਤਾਂ ਤੂੰ ਰੱਤਾ ਦੂਨੀ ਸਿਓ, ਮਰਗ ਸਵਾਈ ਨੀ ਜਾਂ ਭਰਿਆ ਤਾਂ ਲੱਦਿਆ। ਹੁਣ ਤਾਂ ਅਸਲ ਦੇ ਵਿੱਚ ਨੀ ਹੀ ਭਰ ਗਏ, ਭਾਵ ਸਵਾਸ ਖਤਮ ਹੋ ਗਏ। ਜਦੋਂ ਪਰਮਾਤਮਾ ਦੇ ਨਾਮ ਦੀ ਕਮਾਈ ਕਰਨ ਦਾ ਵੇਲਾ ਸੀ, ਖੱਟੀ ਕਰਨ ਦਾ ਵੇਲਾ ਸੀ, ਉਦੋਂ ਤੂੰ ਸੰਸਾਰ ਦੇ ਧਨ ਦੌਲਤ ਦੇ ਨਸ਼ੇ ਵਿੱਚ ਚੂਰ ਹੋਇਆ ਤੇ ਜ਼ਿੰਦਗੀ ਦੇ ਮਨੋਰਥ ਨੂੰ ਭੁੱਲਿਆ ਹੋਇਆ ਅਜ਼ਾਈ ਜੀਵਨ ਵਿਅਰਥ ਗਵਾ ਰਿਹਾ ਸੀ। 5 ਚੀਜ਼ਾਂ ਜਿਹੜੀਆਂ ਮਨੁੱਖ ਜਵਾਨੀ ਪਹਿਰੇ ਦੇ ਵਿੱਚ ਕਮਾਉਂਦਾ ਹੈ, ਗੁਰਦੇਵ ਬੜੀ ਕਿਰਪਾ ਕਰਦੇ ਨੇ। ਉਹ 5 ਚੀਜ਼ਾਂ ਕਿਹੜੀਆਂ? ਅਸਲ ਦੇ ਵਿੱਚ ਪਹਿਲੀ ਉਹ ਚੀਜ਼ ਹੈ, ਮਨੁੱਖ ਧਨ ਜਿਹੜਾ ਹੈ ਉਹ ਜਵਾਨੀ ਦੇ ਵਿੱਚ ਕਮਾ ਸਕਦਾ ਹੈ। ਦੂਸਰਾ, ਵਿਕਾਰ ਵੀ ਜਵਾਨੀ ਵਿੱਚ ਕਮਾਏ ਜਾਂਦੇ ਨੇ। ਤੀਸਰਾ, ਜਿਹੜਾ ਧਰਮ ਵੀ ਜਵਾਨੀ ਵਿੱਚ ਹੀ ਕਮਾਇਆ ਜਾਂਦਾ ਹੈ। ਚੌਥਾ, ਪਾਪ ਵੀ ਮਨੁੱਖ ਜਿਹੜਾ ਹੈ ਉਹ ਜਵਾਨੀ ਦੇ ਵਿੱਚ ਕਮਾਉਂਦਾ ਹੈ। ਪੰਜਵਾਂ, ਵਿਕਾਰ ਵੀ ਜਿਹੜਾ ਜਵਾਨੀ ਦੇ ਵਿੱਚ ਕਮਾਉਂਦਾ ਹੈ। ਸਹਿਬ ਆਖਦੇ 5 ਇਹ ਚੀਜ਼ਾਂ ਜਿਹੜੀਆਂ ਨੇ ਜਵਾਨੀ ਪਹਿਰੇ ਵਿੱਚ ਕਮਾਉਂਦਾ ਹੈ, ਪਰ ਬਹੁਤਾ ਵੇਖਣ ਵਿੱਚ ਆਉਂਦਾ ਹੈ ਮਨੁੱਖ ਪਾਪ ਵੀ ਕਮਾ ਲੈਂਦਾ ਹੈ, ਮਨੁੱਖ ਵਿਕਾਰ ਵੀ ਕਮਾ ਲੈਂਦਾ ਹੈ, ਮਨੁੱਖ ਅਸਲ ਦੇ ਧਨ ਵੀ ਕਮਾ ਲੈਂਦਾ ਹੈ। ਮਨੁੱਖ ਇਸ ਦੁਨੀਆ ਦੇ ਅੰਦਰ ਹੋਰ ਜਿੰਨੇ ਬੁਰੇ ਕੰਮ ਕਰਨ ਵਾਸਤੇ ਤਾਂ ਬੜਾ ਸੁਚੇਤ ਹੈ, ਪਰ ਜਦੋਂ ਧਰਮ ਦੀ ਗੱਲ ਆਉਂਦੀ ਹੈ, ਧਰਮ ਕਮਾਉਣ ਵਿੱਚ ਬਹੁਤ ਹੀ ਪਿੱਛੇ ਹੈ। ਤਾਂ ਜਿੱਥੇ ਜਵਾਨੀ ਪਹਿਰਾ ਇੱਕ ਸਿਖਰ ਦੁਪਹਿਰ ਹੈ, ਮਾਨੋ ਜਵਾਨੀ ਇਸ ਤਰ੍ਹਾਂ ਹੈ ਜਿਵੇਂ ਕਿਸੇ ਪਹਾੜੀ ਦੇ ਉੱਤੇ ਚੜ੍ਹਨਾ ਹੋਵੇ। ਮਨੁੱਖ ਨੂੰ ਬੜਾ ਚਾਅ ਹੁੰਦਾ ਹੈ ਜਵਾਨੀ ਵੱਲ ਵਧਣ ਲੱਗਿਆ ਵੀ ਇਸ ਪਹਾੜੀ ਤੇ ਮੈਂ ਛੇਤੀ ਚੜ੍ਹਾਂ, ਪਰ ਜਦੋਂ ਇਹ ਚੜ੍ਹਦਾ ਹੈ ਉਸ ਪਹਾੜੀ ਉੱਤੇ ਖੜਾ ਹੋ ਕੇ ਵੇਖਦਾ ਹੈ ਦੁਨੀਆ ਦੇ ਸਾਰੇ ਰੰਗ ਤਮਾਸ਼ੇ ਨੂੰ ਬੜੇ ਖੂਬਸੂਰਤ ਲੱਗਦੇ ਨੇ, ਬੜੇ ਵਧੀਆ ਲੱਗਦੇ ਨੇ ਤੇ ਵੇਖ ਕੇ ਬੜਾ ਪ੍ਰਸੰਨ ਹੁੰਦਾ ਹੈ। ਪਰ ਉੱਥੇ ਰੱਬੀ ਮੰਦਰ ਅੱਗੇ ਇਬਾਦਤ ਕਰਨ ਦੀ ਬਜਾਏ ਇਹ ਕੇਵਲ ਦੁਨੀਆ ਦੇ ਰੰਗ ਤਮਾਸ਼ੇ ਵੇਖ ਕੇ ਤੇ ਵਾਪਸ ਫਿਰ ਮੁੜ ਹੁੰਦਾ ਹੈ, ਭਾਵ ਫਿਰ ਬੁਢੇਪੇ ਵੱਲ। ਜਦੋਂ ਇਹ ਥੱਲੇ ਆਉਂਦਾ ਹੈ ਤੇ ਇਹਨੂੰ ਪਤਾ ਲੱਗਦਾ ਹੈ ਜਰਾ ਜੀਵਨ ਜੋਬਨ ਗਿਆ ਕਿਛ ਕੀਆ ਨਾ ਨਿੱਕਾ, ਇਹ ਜੀਰੋ ਨਿਰਮੋਲ ਕੋ ਕੌਡੀ ਲਗ ਮੀਕਾ। ਜਦੋਂ ਥੱਲੇ ਆਇਆ ਨਾ, ਬੁਢੇਪੇ ਵੱਲ ਜਾਣ ਲੱਗਾ, ਤੇ ਇਹਨੂੰ ਪਤਾ ਲੱਗਿਆ ਵੀ ਇੰਨਾ ਕੀਮਤੀ ਸਮਾਂ ਜਿਹਨੂੰ ਗੁਰੂ ਤੇਗ ਬਹਾਦਰ ਮਹਾਰਾਜ ਆਖਦੇ ਨੇ ਤਰਨਾ ਉਹ ਇਉਂ ਹੀ ਗਇਓ, ਲਿਓ ਜਰਾ ਤਨ ਜੀਤ ਤਰਮ ਜਵਾਨੀ, ਜਵਾਨੀ ਐਵੇਂ ਹੀ ਬਤੀਤ ਹੋ ਗਈ, ਤਰਨਾ ਉਹ ਇਉਂ ਹੀ ਗਇਓ, ਲਿਓ ਜਰਾ ਤਨ ਜੀਤ, ਜਰ ਭਾਵ ਬੁਢੇਪੇ ਨੇ ਇਸ ਜਵਾਨੀ ਨੂੰ ਜਿੱਤ ਲਿਆ। ਕਹੋ ਨਾਨਕ ਹਰ ਭਟ ਮਨਾ ਔਦ ਜਾਤ ਹੈ ਬੀਤ, ਹੇ ਮਨਾ ਤੂੰ ਪਰਮਾਤਮਾ ਦਾ ਨਾਮ ਜਪਿਆ ਕਰ, ਤੇਰੀ ਇਹ ਜ਼ਿੰਦਗੀ ਦੀ ਜਿਹੜੀ ਹੈ ਇੱਕ ਘੜੀ ਸਮਾਂ ਬਤੀਤ ਹੁੰਦਾ ਜਾ ਰਿਹਾ ਹੈ। ਇੱਥੋਂ ਤਾਂ ਗੁਰੂ ਸਾਹਿਬ ਪਾਤਸ਼ਾਹ ਕਿਰਪਾ ਕਰਦੇ ਨੇ ਵੀ ਅਜੇ ਤੇਰੇ ਕੋਲ ਸਮਾਂ ਹੈ ਤੇ ਤੂੰ ਅਕਾਲ ਪੁਰਖ ਪਰਮਾਤਮਾ ਦੀ ਬੰਦਗੀ ਕਰ ਲੈ, ਪਰਮੇਸ਼ਰ ਦਾ ਨਾਮ ਜਪ ਲੈ, ਅਜੇ ਤੇਰੇ ਕੋਲ ਸਮਾਂ। ਕੇਵਲ ਦੁਨੀਆ ਦੇ ਧਨ ਅਤੇ ਜੋਗਣ ਦੇ ਸੰਸਾਰਿਕ ਪ੍ਰਭੁਤਾ ਦੇ ਸੰਸਾਰਿਕ ਹਕੂਮਤ ਦੇ ਨਸ਼ੇ ਵਿੱਚ ਲੀਨ ਹੋ ਕੇ ਆਪਣੇ ਜੀਵਨ ਦੇ ਮਕਸਦ ਨੂੰ ਭੁਲਾਣਾ ਵਿਸਾਰਨਾ, ਇਹ ਸਵਾਸ ਬੜੇ ਕੀਮਤੀ ਨੇ, ਇਹਨਾਂ ਨੂੰ ਕੌਡੀਆਂ ਦੇ ਭਾਅ ਨਾ ਵੇਚ, ਇਹ ਬੜੀ ਮੁਸ਼ਕਲ ਦੇ ਨਾਲ ਮਿਲੇ ਔਰ ਇਹ ਮੁੜ ਦੁਬਾਰਾ ਫਿਰ ਸਮਾਂ ਤੈਨੂੰ ਨਹੀਂ ਮਿਲਣਾ। ਇਸ ਕਰਕੇ ਤੂੰ ਇਹ ਸਮੇਂ ਦੀ ਸੰਭਾਲ ਕਰ ਤੇ ਆਪਣੇ ਇਹ ਮਿਲੇ ਹੋਏ ਜਵਾਨੀ ਵਿੱਚ ਕੀਮਤੀ ਸਵਾਸਾਂ ਨੂੰ ਹੋਸ਼ ਦੇ ਨਾਲ ਬਤੀਤ ਕਰਕੇ ਤੇ ਅਕਾਲ ਪੁਰਖ ਪਰਮਾਤਮਾ ਦੀ ਬੰਦਗੀ ਕਰਦਾ ਹੋਇਆ ਇਹਨਾਂ ਨੂੰ ਚੰਗੇ ਪਾਸੇ ਲਾ, ਇਹਨਾਂ ਨੂੰ ਸਫਲਿਆਂ ਕਰ, ਮੁੜ ਕੇ ਦੁਬਾਰਾ ਸਵਾਸ ਜਿਹੜੇ ਨੇ ਇਹ ਤੈਨੂੰ ਮਿਲਨੇ ਨੇ। ਕਬੀਰ ਸਾਹਿਬ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਕਿ ਮਨੁੱਖ ਜਦੋਂ ਜੋਬਨ ਰੁੱਤ ਵਿੱਚ ਹੁੰਦਾ ਹੈ ਅਕਸਰ ਇਹਦੀ ਸਾਂਝ ਸ਼ੀਸ਼ੇ ਨਾਲ ਪੈ ਜਾਂਦੀ ਹੈ, ਮੁੜ ਮੁੜ ਕੇ ਸ਼ੀਸ਼ੇ ਨੂੰ, ਆਪਣੀ ਸੁੰਦਰਤਾ ਨੂੰ, ਆਪਣੇ ਸੋਭਨ ਨੂੰ ਵੇਖਦਾ ਹੈ, ਪਰ ਇਹ ਭੁੱਲ ਜਾਂਦਾ ਹੈ
भी ये सोपन ये सुंदरता सदैव काल ਲਈ नहीं हमेशा ਲਈ नहीं, इन्हें एक दिन असल दे विच खत्म हो जाना है। बड़ी गंभीरता दे नाल कबीर साहब ने ये गल मनुख नूं समझाई, बड़ी कृपा करते हैं। कह लगे जे सिर रचच बंध तो पाग सो सिर चुंच सवारे काग, जिस सिर उत्ते तू सवार सवार के पग बंद है ना, एक दिन इसे ही सिर नूं कावां ने सवारना है। भाव जदों इहदे विच सवास नहीं रहणगे। इस तन धन को क्या गरबैया, इस धन अते तन दा गर्व ना कर, इस तन धन को क्या गरबैया, राम नाम काहे ना दृढ़िया। कहत कबीर सुनो मन मेरे, यही हवाल होएंगे तेरे। जे तू इस समय की संभाल नहीं करेगा तो याद रखी फिर तेरा भी हाल वही होगा जेड़ा कि केवल संसारक धन अते दौलत के नशे विच लीन होया मनुख जिंदगी की बाजी हारन तो बाद ते ओहदे पल्ले कुछ नहीं पैंदा, तेरे भी पल्ले कुछ नहीं पैना तो जे तू इस समय की संभाल नहीं करेगा। जे तू समय को नहीं संभालेगा तो तेरे भी पल्ले कुछ नहीं पवेगा। सतगुरु रब्बी बाणी अंदर होर कृपा करते हैं। गुरुदेव कहते एक चोला आखिर एक दिन जिहड़ा समा पा के पुराना हो जाना है, शरीर रूपी चोला समा पा के इन्हें पुराना हो जाना है। ते तू इस गल नूं भुल ना जावी भी ये सदैव इसे तरह रहेगा, हमेशा नहीं रहना। समा पा के इन्हें बदल जाना है। बड़ी कृपा की गुरुदेव ने। साहब आखदे भी अज ते तेरे कोल समय ते तू परमात्मा की बंदगी कर लै, परमेश्वर के चरणों नाल जुड़, केवल दुनिया के संसार के पदार्थ भोगण तक सीमित ना रह। अज तू धन भी कमा सकता है, अज तू दुनिया के अंदर नाम धन भी कमा सकता है। केवल धन की कमाई ना कर, नाम धन की कमाई कर जेड़ी आने वाले समय नूं आनंदमय बना देवेगी। जे वेख्या जाए किसी मनुख जो कि बुढ़ेपे विच है, अगर उहदे मुख ते निराशा है, मायूसी है, चिंता है, फिक्र है, तो कहना पवेगा इन्हें अपनी जवानी केवल विकारां की दुनिया में बतीत की। उहदे पल्ले सिर्फ कंगालता है, ना उहदे कोल रब्बी शुभ गुण ने, ना चंगी विचारधारा है, ना चंगी सोच है। बस केवल केवल निराशा ही पल्ले है। क्यों? वो पता लग गया करनो हुतो सो ना कियो, परयो लोभ कै फंद, नानक समयो रम गयो, अब क्यों रोवत अंध। भी जिंदगी का जिहड़ा काम करने वाला सी जवानी पहरे विच वो नहीं कीता। हाँ, केवल संसार के विषय विकारां नूं भोगदियां होया, धन दौलत के नशे में जीवन नूं बतीत करदियां होया मैं अजाई गवा लिया। गवाउणा नहीं सी चाहिए, बल्कि इनू तो उस समय नूं बड़े आनंद नाल खड़ाउणा चाहिए सी जिथे धन की कमाई इन्हें की। और धन की कमाई मनुख ने बड़ी मेहनत नाल की, ते नाम धन की कमाई भी उन्नी मेहनत नाल करनी चाहिए सी, तां जो अगे जाके इहदा बिखड़ा पैंडा जिहड़ा सुहेला हो जाता। एक भिक्षु जिहड़ा मंगण वास्ते एक दरवाजे के अगे जाके खलोता, ते उस भिक्षु ने जदों उस दरवाजे नूं खड़काया ते उस घर दे विच नव विआही आई जिहड़ी नूंह सी, उन्हें उस दरवाजे की खुंडी नूं खोलिया। जदों खोलिया ते सामने एक नौजवान भिक्षु खलोता हुआ, बहुत भिक्षु सी, वो चुपचाप सामने खलोता हुआ, हाथ में उन्हें बर्तन फड़िया हुआ। बहुत भिक्षु अक्सर बोलिया नहीं करते, जदों भी मंगते ने चुप करके खलो जाते हैं। बहुत भिक्षु चुप करके खलोता है, जो मिलेगा वो रब का प्रसाद कह के ते उन्होंने वो प्रवान कर लेते हैं। हुण वो उन्हें वेख्या भी ये
बोध भिक्षु जिहड़ा है दरवाजे ते खड़ा है, तो वो अंदरों कुछ खाण वास्ते लैके आई तो उन्हें उहदे बर्तन दे विच वो भोजन जिहड़ा है पा दिता। पर नाल ही एक गल जिहड़ी है उसने पूछी, कह लगी मुनि अजू सवेर भी हे मुनि अज सवेरे सवेरे। अगों उन्हें जवाब दिता, कह लगा मम डर काल का, मैनू मौत का डर है इस करके मैं सवेरे ही निकल पिया। उन्हें अगों फिर सवाल किया उसनों, तुम घर कैसी बीती? ते उन्हें अगों जवाब दिता, हम घर बासी खात हैं। बस इन्नी गल। सवाल किया मुनि अजू सवेर, वो अगों जवाब देता है मम डर काल का। फिर अगों वो सवाल करता है तुम घर कैसी बीती? अगों वो जवाब देती है हम घर बासी खात हैं। हुण वो भिक्षु चला गया। हुण वो नूह दी सस जिहड़ी है सारी गल नूं सुन रही सी। उन्हें एक गल आखी भी धीए तू उस भिक्षु नूं कह रही सै भी मैं तो अपने घर विच बासी खानी हाँ, पर मैं तो तेनू अपनी धी वर्गी धी समझ के रखे। अज तक कभी ऐसा होया नहीं कि रात को प्रशादा बचिया होवे ते असी तेनू वो प्रशादा दिता होवे। मैं तो प्रशादा बासी खा लेनी हाँ, पर तेनू कभी बासी प्रशादा नहीं दिता। तेनू कभी बासी प्रशादा नहीं दिता। मैं खा लेनी हाँ, तेनू हमेशा ताजा ही प्रशादा मिलता है, पर तू उस भिक्षु नूं आखिया हम घर बासी खाते। वो कह लगी मां तुहानू फिर गल वो समझ आई नहीं, मैं तो कोई संसारी गल कीती नहीं, आम दुनियावी गल तो कीती नहीं। उन्हें आख्या फिर केड़ी गल? वो कहती मैं अध्यात्मक गल कीती है, धर्म की गल कीती है। कह लगी केड़ी? कहती भी अध्यात्मक गल भाव वो भिक्षु जिहड़ा है जवान है नौजवान है सामने खड़ा मैं वेख्या ते मैं उन्होंने आख्या मुनि अजू सवेर अज सवेरे ही निकल पे। उन्हें आख्या मम डर काल का, मैनू मौत का डर है कि जिंदगी इतनी कीमती है, की पता कदों मौत आ जाए, इस करके मैं जीवन की यात्रा सवेरे ही शुरू कर ली। मम डर काल का। कहती फिर उन्हें मैनू अगों पूछया तुम घर कैसी बीती, तेरे घर किहो जे हालात ने? ते वो अगों मैं उन्होंने जवाब दिता हम घर बासी खात हैं। कहण तो भाव ये भी मैं कोई चंगे काम कीते होणगे अपने पेके घर विच, कोई चंगे कर्म कीते होणगे कि जो मैं अपने सहुरे घर विच आके मैनू इन्ना प्यार इन्ना सत्कार इन्ना सन्मान मिल रहा है, इन्नी इज्जत मिल रही है। मैं पेके घर विच कोई चंगे काम कीते सन, सहुरे घर विच मान मिल रहा है। भाव मैं इत्थे रहिंदियां होइयां अपने पिछले कीते हुए कर्मां दा खा रही हाँ, पर एक गल पक्की है इत्थे आके मैं अजे तक कोई चंगा काम नहीं कीता, बस पुराने कीते हुए चंगे कर्मां दा खा रही। हम घर बासी खाते हैं। जदों वो सस नूं उस ये गल समझ आई, कहने लगे उस सस ने उनके पैरी हथ लाया भी इन्नी सूझवान ते इन्नी समझदार धी जिहड़ी है साडे घर विच आई। याद रखियो जदों जिंदगी दे विच सानू अपने अंतले समय का ज्ञान हो जाएगा तो फिर असी यौवन रुत नूं भी अजाई बतीत नहीं करांगे, बल्कि इस नूं भी आपां परमात्मा की बंदगी विच अकाल पुरख परमात्मा के नाम विच जोड़ के ते इनू होर भी चढ़ती कला दे नाल आपां बतीत करांगे। तो ये समा जिहड़ा बड़ा कीमती है, शिखर दोपहर है, ते इस नूं आपां अजाई नहीं गवाउणा, बल्कि धर्म की कमाई करके इस यौवन नूं इस जवानी नूं चंगे पासे ला के आपां सफला करना है। सतगुर पातशाह जी कृपा करन साडा ये जीवन जिहड़ा है
ਉਹ ਸਫਲਾ ਹੋਵੇ ਤੇ ਆਪਾਂ ਗੁਰੂ ਦੀ ਮੱਤ ਲੈ ਕੇ, ਗੁਰੂ ਦਾ ਉਪਦੇਸ਼ ਲੈ ਕੇ ਜੀਵਨ ਬਤੀਤ ਕਰ ਸਕੀਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।